ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚੈਨਲ ਧਰਤੀ ਲੁਕਾਈ ਵੀ ਸਵਾਗਤ ਹੈ। 1947 ਵਿੱਚ ਭਾਰਤ ਆਜ਼ਾਦ ਹੋਇਆ ਤੇ ਪਾਕਿਸਤਾਨ ਦਾ ਜਨਮ। ਭਾਰਤ ਦੀ ਦੋ ਹਿੱਸਿਆਂ ਵਿੱਚ ਵੰਡ ਹੋ ਗਈ, ਆਜ਼ਾਦ ਭਾਰਤ ਤੇ ਆਜ਼ਾਦ ਪਾਕਿਸਤਾਨ। ਪਰ ਵੰਡ ਪੰਜਾਬ ਅਤੇ ਬੰਗਾਲ ਦੀ ਹੋਈ। ਬਟਵਾਰੇ ਤੋਂ ਬਾਅਦ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਨਾਂ ਪੰਜਾਬਾਂ ਦੀ ਪਹਿਚਾਣ ਹੋ ਗਈ। ਉਧਰ ਬੰਗਾਲ ਦੀ ਵੈਸਟ ਬੰਗਾਲ ਤੇ ਈਸਟ ਬੰਗਾਲ ਵਿੱਚ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰੂਪ ਵਿੱਚ ਸਾਹਮਣੇ ਆਇਆ। ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਦੀ ਮਾਤਰ ਭਾਸ਼ਾ ਪੰਜਾਬੀ ਹੈ। ਚੜ੍ਹਦੇ ਪੰਜਾਬ ਦੀ ਗੁਰਮੁਖੀ ਤੇ ਲਹਿੰਦੇ ਪੰਜਾਬ ਦੀ ਸ਼ਾਹਮੁਖੀ। ਸੰਸਾਰ ਦੀ 8ਵੀਂ ਸਭ ਤੋਂ ਵੱਡੀ ਭਾਸ਼ਾ ਦੇ 140 ਮਿਲੀਅਨ ਪੰਜਾਬੀ ਭਾਸ਼ਾਈਆਂ ਵਿੱਚੋਂ 100 ਮਿਲੀਅਨ ਯਾਨੀ 10 ਕਰੋੜ ਪਾਕਿਸਤਾਨ, 30 ਮਿਲੀਅਨ ਯਾਨੀ 3 ਕਰੋੜ ਭਾਰਤ ਵਿੱਚ ਅਤੇ ਬਾਕੀ 10 ਮਿਲੀਅਨ ਦੁਨੀਆ ਭਰ ਵਿੱਚ ਫੈਲੇ ਹੋਏ ਹਨ। ਬ੍ਰਿਟਿਸ਼ ਵਿੱਚ ਪੰਜਾਬੀ ਨੂੰ ਦੂਜਾ ਦਰਜਾ ਤੇ ਕੈਨੇਡਾ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੀਸਰੇ ਨੰਬਰ ਤੇ ਹੈ। ਯੂਨਾਈਟਿਡ ਸਟੇਟ ਤੇ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤਸੱਲੀ ਬਖਸ਼ ਪੱਧਰ ਤੱਕ ਹੈ। ਭਾਰਤ ਵਿੱਚ ਪੰਜਾਬ ਦੀ ਮੂਲ ਭਾਸ਼ਾ ਪੰਜਾਬੀ ਹੈ, ਜਦ ਕਿ ਹਰਿਆਣਾ, ਦਿੱਲੀ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਪੰਜਾਬੀ ਦੂਜੀ ਭਾਸ਼ਾ ਹੈ। ਜੰਮੂ ਤੇ ਹਿਮਾਚਲ ਦੀ ਭਾਸ਼ਾ ਪੋਠੋਹਾਰੀ ਡੋਗਰੀ ਹੈ, ਜੋ ਕਿ ਪੰਜਾਬੀ ਦੀ ਹੀ ਇੱਕ ਉਪਭਾਸ਼ਾ ਹੈ। ਹੁਣ ਫਿਰ ਮੁੜਦੇ ਹਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਵੱਲ। ਸਮੇਂ ਦਾ ਚੱਕਰ ਕਹਿ ਲਵੋ ਜਾਂ ਲਾਪਰਵਾਹੀ, ਅੱਜ ਪੰਜਾਬ ਵਿੱਚ ਪੰਜਾਬੀ ਭਾਸ਼ਾਈ ਦ੍ਰਿਸ਼ ਬਿਹਤਰ ਤੇ ਸੰਤੋਸ਼ਜਨਕ ਨਹੀਂ ਹੈ, ਬਲਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 70 ਤੇ 80 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਨੇ ਦਸਤਕ ਦਿੱਤੀ ਤੇ ਪੂਰਬੀ ਭਾਰਤ ਦੇ ਪ੍ਰਵਾਸੀ, ਜਿਨ੍ਹਾਂ ਨੂੰ ਆਮ ਤੌਰ ਤੇ ਭਈਏ ਕਿਹਾ ਜਾਂਦਾ ਹੈ, ਜੋ ਹਿੰਦੀ ਦੀ ਉਪਭਾਸ਼ਾ ਭੋਜਪੁਰੀ ਬੋਲਦੇ ਸਨ, ਉਸ ਸਮੇਂ ਜੋ ਵੀ ਰੋਜ਼ਾਨਾ ਜ਼ਿੰਦਗੀ ਵਿੱਚ ਹਿੰਦੀ ਬੋਲਦਾ ਉਸ ਨੂੰ ਭਈਆ ਹੀ ਸਮਝਿਆ ਤੇ ਕਿਹਾ ਜਾਂਦਾ। ਪੰਜਾਬੀ ਵਸਨੀਕ ਉਹਨਾਂ ਨਾਲ ਗੱਲਬਾਤ ਸਮੇਂ ਫੁੱਟੀ ਹਿੰਦੀ ਬੋਲਦੇ, ਜਿਸ ਵਿੱਚ ਪੰਜਾਬੀ ਦਾ ਪੁੱਟ ਭਾਰੂ ਹੁੰਦਾ। ਸਕੂਲੀ ਵਿੱਦਿਆ ਦੇ ਵਪਾਰੀਕਰਨ ਅਤੇ ਰਾਸ਼ਟਰੀ ਮੰਗ ਦੇ ਚਲਦਿਆਂ ਨਿੱਜੀ ਵਿਦਿਅਕ ਅਦਾਰਿਆਂ ਨੇ ਪੰਜਾਬੀ ਤੋਂ ਮੂੰਹ ਮੋੜ ਲਿਆ, ਹਿੰਦੀ ਨੂੰ ਅਪਣਾ ਲਿਆ। ਇੱਕ ਦਹਾਕੇ ਵਿੱਚ ਹੀ ਸਾਰਾ ਦ੍ਰਿਸ਼ ਬਦਲ ਗਿਆ। ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ, ਅਣਦੇਖੀ ਅਤੇ ਗੈਰ ਗੰਭੀਰਤਾ ਦੇ ਚਲਦਿਆਂ ਅੱਜ ਪੰਜਾਬੀ ਭਾਸ਼ਾ ਆਪਣੀ ਹੋਂਦ ਲਈ ਦੁਬਾਰਾ ਯਤਨਸ਼ੀਲ ਹੈ। ਸਮਝਿਆ ਜਾਂਦਾ ਹੈ ਕਿ ਨਿਰੰਤਰ ਯਤਨਾਂ ਨਾਲ ਪੰਜਾਬੀ ਕੁਝ ਸਮੇਂ ਬਾਅਦ ਆਪਣੇ ਪੈਰੀ ਹੋ ਜਾਵੇਗੀ। ਪਰ ਅੱਜ ਹਿੰਦੀ ਦੇ ਜਾਣਕਾਰਾਂ ਨੂੰ, ਹਿੰਦੀ ਬੋਲਣ ਵਾਲਿਆਂ ਨੂੰ ਪੜ੍ਹੇ ਲਿਖੇ ਤੇ ਸਭਿਅਕ ਸਮਝੇ ਜਾਣ ਦਾ ਭਰਮ ਪਾਲ ਲਿਆ ਗਿਆ ਹੈ। ਇਹ ਹਿੰਦੀ ਬੋਲਣ ਵਾਲੇ ਆਪਣੇ ਆਪ ਨੂੰ ਐਜੂਕੇਟਡ, ਕਲਚਰਡ, ਸਫਿਸਟੀਕੇਟਡ ਤੇ ਇੰਟੈਲੀਜੈਂਟ ਸਮਝ ਕੇ ਹਿੰਦੀ ਨੂੰ ਅਪਣਾ ਰਹੇ ਨੇ ਤੇ ਪੰਜਾਬੀ ਵੱਲੋਂ ਮੂੰਹ ਮੋੜਦੇ ਤੇ ਨੱਕ ਮੁਸਕੋੜਦੇ ਨਜ਼ਰੀ ਪੈਂਦੇ ਨੇ। ਸ਼ੋਰੂਮ ਦੇ ਸੇਲਮੈਨ, MNS ਕੰਪਨੀਆਂ, ਬੈਂਕਸ ਦੇ ਅਧਿਕਾਰੀ, ਕਲਾਇੰਟਸ ਗ੍ਰਾਹਕ ਨਾਲ ਹਿੰਦੀ ਵਿੱਚ ਗੱਲਬਾਤ ਨੂੰ ਤਰਜੀਹ ਦਿੰਦੇ ਹਨ, ਭਾਵੇਂ ਆਪਣੇ ਰੋਜ਼ਮਰਾ ਦੇ ਰੁਝੇਵੇਂ ਪੰਜਾਬੀ ਵਿੱਚ ਹੀ ਪੂਰੇ ਕਰਦੇ ਹਨ। ਕਿਹਾ ਜਾ ਸਕਦਾ ਹੈ ਕਿ ਇਹ ਮੰਨ ਲਿਆ ਗਿਆ ਹੈ ਕਿ ਹਿੰਦੀ ਬੋਲਣ ਵਾਲੇ ਜ਼ਿਆਦਾ ਪ੍ਰਭਾਵੀ ਹੋ ਜਾਂਦੇ ਹਨ। ਐਜੂਕੇਟਡ, ਕਲਚਰਡ, ਸਫਿਸਟੀਕੇਟਡ ਤੇ ਇੰਟੈਲੀਜੈਂਟ ਤੇ ਆਪੂ ਬਣੇ ਵਿਦਵਾਨ ਇਹ ਗੱਲ ਸਮਝ ਲੈਣ, ਮਨ ਵਿੱਚ ਬਿਠਾ ਲੈਣ ਕਿ ਇਹਨਾਂ ਤੋਂ ਅੱਗੇ ਇੱਕ ਹੋਰ ਕਲਾਸ ਵੀ ਹੈ, ਜੋ ਪ੍ਰਭਾਵੀ ਢੰਗ ਨਾਲ ਇੰਗਲਿਸ਼ ਬੋਲਦੀ ਹੈ ਤੇ ਆਪਣੇ ਆਪ ਨੂੰ ਐਲੀਟ ਕਲਾਸ ਸਮਝਦੀ ਹੈ। ਉਹਨਾਂ ਵਾਸਤੇ ਇਹ ਪੰਜਾਬੀ ਹਿੰਦੀ ਭਾਸ਼ੀ ਵੀ ਭਈਆਂ ਤੋਂ ਵੱਧ ਕੁਝ ਵੀ ਨਹੀਂ। ਹਿੰਦੀ, ਇੰਗਲਿਸ਼, ਫ੍ਰੈਂਚ, ਉਰਦੂ ਆਦਿ ਕੇਵਲ ਭਾਸ਼ਾਵਾਂ ਹਨ, ਕੋਈ ਯੋਗਤਾ ਦਾ ਪੈਮਾਨਾ ਜਾਂ ਪੈਰਾਮੀਟਰ ਨਹੀਂ। ਸੰਸਕ੍ਰਿਤਿਕ ਸੰਸਕਾਰਾਂ ਦੀ ਘਾਟ ਨੇ ਇਹਨਾਂ ਨੂੰ ਬੌਧਿਕ ਕੰਗਾਲੀ ਵੱਲ ਧੱਕ ਦਿੱਤਾ ਹੈ। ਸ਼ਕਤੀਸ਼ਾਲੀ ਸਭਿਅਤਾਵਾਂ ਪ੍ਰਭਾਵਿਤ ਹੁੰਦੀਆਂ ਨਹੀਂ, ਪ੍ਰਭਾਵਿਤ ਕਰਦੀਆਂ ਨੇ। ਪੰਜਾਬ ਨੇ ਦੇਸ਼ ਨੂੰ ਹੀ ਨਹੀਂ, ਸਮੁੱਚੇ ਸੰਸਾਰ ਨੂੰ ਆਪਣੀ ਸੰਸਕ੍ਰਿਤੀ ਦੇ ਕਲਾਵੇ ਨਾਲ ਪ੍ਰਭਾਵਿਤ ਕੀਤਾ ਹੈ, ਪਰ ਆਪ ਆਪਣੇ ਅਮੀਰ ਵਿਰਸੇ ਨੂੰ ਵਿਸਾਰ ਬੈਠੇ ਨੇ। ਹਾਲਾਂਕਿ ਇਹਨਾਂ ਦੇ ਹਾਸੇ, ਦਿਲਾਸੇ, ਕੀਰਨੇ, ਕਿਲਕਾਰੀਆਂ, ਸ਼ਗਨ, ਸਿਆਪੇ, ਰੀਝਾਂ ਤੇ ਵੈਣ ਪੰਜਾਬੀ ਵਿੱਚ ਹੀ ਹਨ। ਜੇ ਨੀਅਤ ਵਿੱਚ ਖੋਟ ਹੋਵੇ ਤਾਂ ਕਾਰਨਾਮੇ ਵੀ ਕਰਤੂਤ ਹੋਰ ਨਿਬੜਦੇ ਨੇ, ਜਿਵੇਂ ਇਹਨਾਂ ਭਾਸ਼ਾਈ ਦਲ ਬੰਦੂਆਂ ਦੇ ਨਿੱਜੀ ਸਵਾਰਥ ਕੌਮ, ਧਰਮ, ਰਾਸ਼ਟਰ, ਭਾਸ਼ਾ ਤੇ ਸੰਸਕ੍ਰਿਤੀ ਵੱਲ ਪਿੱਠ ਕਰਕੇ ਹੀ ਪੂਰੇ ਕੀਤੇ ਜਾ ਸਕਦੇ ਹਨ। ਸੋ ਇਹਨਾਂ ਬੇਗੈਰਤ ਤੇ ਮਾਂ ਬੋਲੀ ਦੇ ਗੁਨਾਹਗਾਰਾਂ ਦੀ ਮਜਬੂਰੀ ਬਣ ਗਈ ਹੈ। ਪਰ ਯਾਦ ਰੱਖਿਓ, ਆਪਣੀ ਭਾਸ਼ਾ, ਧਰਮ, ਕੌਮ ਅਤੇ ਸੰਸਕ੍ਰਿਤੀ ਵੱਲ ਪਿੱਠ ਕਰਕੇ ਅਜੇ ਤੱਕ ਕੋਈ ਪ੍ਰਸੰਨ ਨਹੀਂ ਰਹਿ ਸਕਿਆ। ਪ੍ਰਸੰਨਤਾ ਲੱਭਦੀ ਨਹੀਂ, ਇਹਨੂੰ ਪਾਉਣ ਲਈ ਨਿਵੇਕਲੇ ਯਤਨ ਤੇ ਰਿਆਜ਼ ਕਰਨੇ ਪੈਂਦੇ ਨੇ। ਸਥਿਤੀ ਹਾਸੋਹੀਣੀ ਤੇ ਸ਼ਰਮਿੰਦਗੀ ਵਾਲੀ ਉਦੋਂ ਬਣ ਗਈ ਜਦ ਪੰਜਾਬ ਆਏ ਭਈਏ ਸਥਾਈ ਰੂਪ ਵਿੱਚ ਇੱਥੇ ਵਸ ਗਏ। ਉਹਨਾਂ ਦੇ ਜਵਾਕ ਸਰਕਾਰੀ ਜਾਂ ਛੋਟੇ ਨਿੱਜੀ ਸਕੂਲਾਂ ਵਿੱਚ ਪੜ੍ਹਨ ਲੱਗ ਪਏ, ਜਿੱਥੇ ਆਮ ਤੌਰ ਤੇ ਪੰਜਾਬੀ ਹੀ ਮੁੱਖ ਭਾਸ਼ਾ ਹੁੰਦੀ ਹੈ ਤੇ ਬਾਕੀ ਵਿਸ਼ੇ ਵੀ ਪੰਜਾਬੀ ਦਾ। ਸੋ ਹੁਣ ਭਈਆਂ ਦੇ ਜਵਾਕ ਪੰਜਾਬੀ ਬੋਲਣ ਦੇ ਸਮਰੱਥ ਹੋ ਗਏ ਤੇ ਆਪਣੇ ਆਪ ਨੂੰ ਪੰਜਾਬੀ ਰਾਹੀਂ ਸਮਾਜਿਕ ਢਾਂਚੇ ਵਿੱਚ ਪ੍ਰਵਾਨਿਤ ਸਮਝਣ ਲੱਗ ਪਏ। ਪਰ ਮੂਲ ਪੰਜਾਬੀ ਹਿੰਦੀ ਬੋਲ ਕੇ ਆਪਣੇ ਆਪ ਨੂੰ ਗਿਆਨੀ ਹੋਣ ਦਾ ਵਿਖਾਵਾ ਕਰਨ ਲੱਗ ਪਏ। ਸਮਝ ਨਹੀਂ ਆ ਰਹੀ ਇਸ ਭਾਸ਼ਾਈ ਅਦਲਾ-ਬਦਲੀ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਵੇ। ਇੱਕ ਉਹ ਹਨ ਜੋ ਪੰਜਾਬੀ ਬੋਲ ਕੇ ਸੱਜ ਜਾਂਦੇ ਹਨ ਤੇ ਇੱਕ ਉਹ ਹਨ ਜੋ ਸੁੱਜ ਜਾਂਦੇ ਹਨ। ਕੁਝ ਪੰਜਾਬੀ ਰਾਹੀਂ ਫੈਲਦੇ ਹਨ ਤੇ ਉਹ ਮੂਰਖ ਹੋ ਲੋਕ ਹਨ ਜੋ ਪੰਜਾਬੀ ਰਾਹੀਂ ਮੂੰਹ ਫੁੱਲ ਜਾਂਦੇ ਨੇ। ਦੂਜਿਆਂ ਤੇ ਪ੍ਰਭਾਵ ਪਾਉਣ ਲਈ ਇਹ ਲੋਕ ਕਿਸ ਕਦਰ ਗੈਰ ਸੰਸਕਾਰੀ ਹੋ ਗਏ, ਆਪਣੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਹੀ ਤਿਰਸਕਾਰਤ ਕਰਨ ਦੇ ਰਾਹ ਤੁਰ ਪਏ। ਧੰਦਾ ਕਰਦਿਆਂ ਨਿੱਜੀ ਐਜੂਕੇਸ਼ਨ ਪ੍ਰੋਵਾਈਡਰ, ਨਿੱਜੀ ਸਕੂਲਾਂ ਨੇ ਸਫਲਤਾ ਤਾਂ ਪ੍ਰਾਪਤ ਕੀਤੀ, ਪਰ ਗਿਆਨ ਨੂੰ ਵੰਡਣਾ ਭੁੱਲ ਗਏ। ਇਸੇ ਲਈ ਅੱਜ ਦਾ ਵਿਦਿਅਕ ਢਾਂਚਾ ਸਫਲਤਾ ਦਾ ਹਾਣੀ ਬਣ ਗਿਆ ਹੈ, ਪਰ ਗਿਆਨ ਦਾ ਪ੍ਰਚਾਰਕ ਨਹੀਂ ਬਣ ਸਕਿਆ। ਸਫਲਤਾ ਦਾ ਪਾਰਾਮੀਟਰ ਵੱਧ ਧਨ ਜਨਰੇਟ ਕਰਨਾ ਹੋ ਸਕਦਾ ਹੈ, ਜਦ ਕਿ ਗਿਆਨ ਸੁਚੱਜੇ ਜੀਵਨ ਜਾਪਨ ਤੇ ਤਸੱਲੀ ਬਖਸ਼ ਆਨੰਦ ਵਿੱਚ ਹੈ। ਸਫਲ ਹੋਣ ਲਈ ਆਨੰਦ ਗੈਰ ਪਰੰਪਰਿਕ ਗਤੀਵਿਧੀਆਂ ਨੂੰ ਅਪਣਾਉਣਾ ਪੈਂਦਾ ਹੈ, ਜਦ
ਕਿ ਆਨੰਦ ਤੇ ਸੁਚੱਜਾ ਜੀਵਨ ਧਨ ਦਾ ਬਿਲਾਸੀ ਨਹੀਂ, ਚਾਜਾ ਜੀਵਨ ਸ਼ਾਂਤ, ਸਰਲ, ਪ੍ਰੇਮ, ਚੱਜ, ਅਚਾਰੀ ਤੇ ਉੱਚ ਚਰਿੱਤਰ ਸਾਨੂੰ ਆਪਣੀ ਸੰਸਕ੍ਰਿਤੀ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਜੜ੍ਹਾਂ ਤੋਂ ਉਖੜੇ ਤਾਂ ਰੁੱਖ ਵੀ ਨਹੀਂ ਟਿਕਦੇ, ਫਿਰ ਸਾਹਾਂ ਵਾਲਾ ਜੀਵਨ ਆਪਣੀਆਂ ਉਚੇਰੀਆਂ ਕਦਰਾਂ ਕੀਮਤਾਂ ਤੋਂ ਸੱਖਣਾ ਹੋ ਕੇ ਕਿਵੇਂ ਫਲ ਫੁੱਲ ਸਕਦਾ ਹੈ। ਭਾਸ਼ਾਈ ਸੰਸਕ੍ਰਿਤ ਤੋਂ ਟੁੱਟ ਕੇ ਵਿਖਾਵੇ ਦਾ ਬੋਝ ਢੋਣ ਵਾਲੇ ਅਮੀਰ ਹੋ ਸਕਦੇ ਹਨ, ਵੱਡੇ ਨਹੀਂ, ਲੰਬੇ ਹੋ ਸਕਦੇ ਹਨ, ਉੱਚੇ ਤੱਕ ਤਾਜਿਤ ਨਹੀਂ। ਅੱਜ ਦਾ ਇਹ ਐਪੀਸੋਡ ਆਪ ਜੀ ਨੂੰ ਕਿਹੋ ਜਿਹਾ ਲੱਗਾ, ਕਮੈਂਟਸ ਵਿੱਚ ਜ਼ਰੂਰ ਦੱਸਣਾ। ਇੱਕ ਲਾਈਕ ਤੇ ਸਬਸਕ੍ਰਾਈਬ ਤਾਂ ਸਾਡਾ ਹੱਕ ਹੀ ਹੈ।